वैक्सीन ਨੂੰ ਲੈ ਕੇ ਡਾਕਟਰ ਸਾਹਿਬ ਕਿਉਂ ਇੰਨੇ ਸਵਾਲ ਨੇ, ਅਜੇ ਵੀ ਸਵਾਲ ਨੇ ਕਿ ਜਦੋਂ ਅਸੀਂ ਬੂਸਟਰ ਡੋਜ਼ਸ ਦੀ ਗੱਲ ਕਰਦੇ ਹਾਂ ਤਾਂ ਮੈਸੇਜ ਲੋਕਾਂ ਤੱਕ ਕਲੀਅਰ ਹੋਣਾ ਚਾਹੀਦਾ ਹੈ। ਮੈਂ ਕਿਹਾ 1-2 ਦਿਨ ਹੋ ਗਏ ਨੇ ਵੀ ਇਹਦੇ ਸਾਈਡ ਇਫੈਕਟਸ ਬਾਰੇ ਆ ਰਹੀ ਹੈ ਵੀ ਕਿ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਵੀ ਜਿਹੜੀ ਆਪਾਂ ਮੈਡੀਸਨ ਲੈ ਰਹੇ ਹਾਂ ਇਹ ਸਾਈਡ ਇਫੈਕਟ ਉਹਦੇ ਕਰਕੇ ਜਿਹੜੀ ਚੀਜ਼ ਦਾ ਅਜੇ ਪੂਰੀ ਤੌਰ ਤੇ ਗੱਲਬਾਤ ਨਹੀਂ ਹੈਗੀ ਉਹ ਸਾਨੂੰ ਉਹਦੇ ਬਾਰੇ ਜਿਹੜਾ ਨਾ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਜਦੋਂ ਤਕਲੀਫ ਨਵੀਂ ਹੈ ਤੇ ਵੈਕਸੀਨੇਸ਼ਨ 18 ਮਹੀਨਿਆਂ 'ਚ ਕਿੱਥੋਂ ਤਿਆਰ ਕਰ ਲਿਆ, 24 ਮਹੀਨਿਆਂ 'ਚ ਤਿਆਰ ਕਿੱਥੋਂ ਕਰ ਲਿਆ। ਕੈਨੇਡਾ ਦੇ ਵਿੱਚ ਜਿਹੜੀ ਵੀ ਵੈਕਸੀਨੇਸ਼ਨ ਅਪਰੂਵ ਹੁੰਦੀ ਹੈ ਉਹ ਪ੍ਰੋਸੈਸ ਦੇ ਥਰੂ ਜਾਂਦੀ ਹੈ। ਇਹ ਤੇ ਹੈ ਨਹੀਂ ਵੀ ਕਿਸੇ ਨੇ ਫੋਨ ਕਰਤਾ ਵੀ ਆ ਜੀ ਆ ਮੈਡੀਸਨ ਸ਼ੁਰੂ ਕਰ ਲਓ ਜੀ ਬਸ ਤੁਹਾਡਾ ਕੰਮ ਹੋ ਗਿਆ। ਬਹੁਤ ਸਾਰੇ ਲੋਕਾਂ ਤੇ ਟੈਸਟ ਕੀਤੇ ਗਏ ਨੇ ਪਰ ਟੈਸਟਿੰਗ ਤੋਂ ਬਾਅਦ ਜਿਹੜਾ ਆ ਫਿਰ ਆਮ ਲੋਕਾਂ ਤੱਕ ਇਹ ਜਿਹੜੇ ਪਹੁੰਚਾਇਆ ਗਿਆ। ਸੋ ਤੁਸੀਂ ਦੇਖੋ ਟੈਸਟਿੰਗ ਪ੍ਰੋਸੈਸ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਉਹਨਾਂ ਨੂੰ ਥੋੜ੍ਹੀਆਂ ਬਹੁਤ ਪ੍ਰੋਬਲਮਸ ਕਈਆਂ ਨੂੰ ਆਈਆਂ ਹੋਣੀਆਂ। ਬੱਚਿਆਂ ਨੂੰ ਸ਼ੁਰੂ ਦੇ ਵਿੱਚ ਹੀ ਟ੍ਰੇਨ ਕਰੋਗੇ ਵੀ ਬਾਡੀ ਬਾਰੇ ਧਿਆਨ ਰੱਖਣ ਦੇ ਫਿਰ ਹੀ ਗੱਲ ਕਰਨੀ ਹੈ। ਸਿਰਫ ਜਾ ਕੇ ਇਕੱਲਾ 1-2 ਗੱਲਾਂ ਤੇ ਫੋਕਸ ਨਹੀਂ ਕਰ ਸਕਦੇ। ਡਿਫਰੈਂਟ ਬਿਲੀਅਨਸ ਆਫ ਜਿਹੜੇ ਬੈਕਟੀਰੀਆ ਨੇ ਉਹ ਜਿਹੜੇ ਬੈਕਟੀਰੀਆ ਨੇ ਉਹਦੇ ਬਾਰੇ ਤਾਂ ਕਿਸੇ ਨੂੰ ਖਿਆਲ ਹੀ ਨਹੀਂ ਹੈਗਾ, ਪਤਾ ਨਹੀਂ ਵੀ ਅਸੀਂ ਉਹ ਸਾਡੀ ਬਾਡੀ ਵਾਸਤੇ ਚੰਗੇ ਬੈਕਟੀਰੀਆ ਕਿੰਨੇ ਇੰਪੋਰਟੈਂਟ ਨੇ। ਉਹ ਸਾਡਾ ਜਿਹੜਾ ਫੂਡ ਖਾਂਦੇ ਆ ਉਹਨੂੰ એનર્ਜੀ 'ਚ ਕਨਵਰਟ ਕਰਦੇ ਨੇ। ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਆਪਣੀ ਹੈਲਥ ਨੂੰ ਕਿਸ ਤਰ੍ਹਾਂ ਦੇ ਨਾਲ ਠੀਕ ਰੱਖਣਾ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਕੋਵਿਡ ਦੀ ਗੱਲ ਕਰ ਰਹੇ ਹਾਂ, ਕੋਵਿਡ ਦੀਆਂ ਦਵਾਈਆਂ ਦੀ ਗੱਲ ਕਰ ਰਹੇ ਹਾਂ, ਵੈਕਸੀਨ ਦੀ ਗੱਲ ਕਰ ਰਹੇ ਹਾਂ, ਆਪਣੇ ਆਪ ਨੂੰ ਠੀਕ ਰੱਖਣ ਦੀ ਗੱਲ ਕਰ ਰਹੇ ਹਾਂ। ਵੈਕਸੀਨ ਨੂੰ ਲੈ ਕੇ ਅਜੇ ਵੀ ਬਹੁਤ ਸਾਰੇ ਸਵਾਲ ਨੇ। ਕਈ ਲੋਕ ਸਰਕਾਰਾਂ ਨੂੰ ਸਵਾਲ ਕਰ ਰਹੇ ਨੇ, ਕਈ ਲੋਕ ਫਰੇਜ਼ਰ ਹੈਲਥ ਅਥਾਰਟੀਜ਼ ਨੂੰ ਜਿਹੜਾ ਸਵਾਲ ਕਰ ਰਹੇ ਹੈਗੇ ਨੇ। ਵੱਖ-ਵੱਖ ਸ਼ਹਿਰਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਵੱਖ-ਵੱਖ ਅਥਾਰਟੀਜ਼ ਹੋ ਸਕਦੀਆਂ ਨੇ ਤੇ ਸਾਡੇ ਲੋਕਲ ਬਾਡੀ ਫਰੇਜ਼ਰ ਹੈਲਥ ਹੈ। ਸੋ ਉੱਥੇ ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਕਿਉਂ ਲਗਾਈ ਜਾਣੀ ਹੈ, ਚੌਥੀ ਡੋਜ਼ ਕਿਉਂ, ਤੀਜੀ ਡੋਜ਼ ਕਿਉਂ, ਦੂਜੀ ਡੋਜ਼ ਕਿਉਂ, ਹੋਰ ਬਹੁਤ ਸਾਰੀਆਂ ਚੀਜ਼ਾਂ। ਹੁਣ ਨਵੀਂ ਚੀਜ਼ ਕੀ ਆਈ ਹੈ ਕਿ ਵੈਕਸੀਨ ਫਟੀਕ ਇਜ਼ ਰੀਅਲ। ਇਸ ਦੇ ਆਲੇ ਦੁਆਲੇ ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਸਾਡੀ ਗਟ ਹੈਲਥ ਦੇ ਬਾਰੇ। ਗਟ ਹੈਲਥ ਹੈ ਕੀ, ਕਿਸ ਤਰ੍ਹਾਂ ਦੇ ਨਾਲ ਫੂਡ ਹੀ ਤੁਹਾਡੀ ਗਟ ਹੈਲਥ ਨੂੰ ਖਰਾਬ ਕਰ ਦਿੰਦਾ ਹੈ। ਪ੍ਰੋਬਾਇਓਟਿਕ ਪ੍ਰੀਬਾਇਓਟਿਕ ਫੂਡਸ ਦੇ ਬਾਰੇ ਅਸੀਂ ਸੁਣ ਰਹੇ ਹਾਂ। ਸਾਡੀ ਸਿਹਤ ਨੂੰ ਕਿਵੇਂ ਸੁਧਾਰ ਸਕਦੇ ਨੇ, ਕੀ ਹੋ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਡਿਸਕਸ ਕਰਨ ਦੀ ਅੱਜ ਕੋਸ਼ਿਸ਼ ਕਰਾਂਗੇ। डिस्कशन के लिए अज स्टूडियो के पहुंचे हुए ने बहुत विदेय डॉक्टर गुलजार चीमा। आओ स्वागत करते हैं डॉक्टर साहब। स्वागत है जी, सत श्री अकाल। थैंक यू सो मच। सो डॉक्टर साहब ਅਸੀਂ ਪਿਛਲੇ ਲੰਮੇ ਸਮੇਂ ਤੋਂ ਜਾਣਕਾਰੀ ਦੇ ਰਹੇ ਹਾਂ, ਤੁਸੀਂ ਹਮੇਸ਼ਾ ਸਾਡੇ ਨਾਲ ਵਲੰਟੀਅਰ ਕਰਦੇ ਆ, ਸਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਆ ਕਿਉਂਕਿ ਇਨਫੋਰਮੇਸ਼ਨ ਹੋਣੀ ਲਾਜ਼ਮੀ ਹੈ ਕਿ ਕੀ ਕੁਝ ਹੋ ਰਿਹਾ ਹੈ ਸਾਇੰਸ ਦੀ ਦੁਨੀਆ ਦੇ ਵਿੱਚ, ਕੀ ਹੋ ਰਿਹਾ ਮੈਡੀਸਿਨ ਦੀ ਦੁਨੀਆ ਦੇ ਵਿੱਚ, ਕੀ ਹੋ ਰਿਹਾ ਡਾਕਟਰਸ ਦੀ ਦੁਨੀਆ ਦੇ ਵਿੱਚ, ਕੀ ਹੋ ਰਿਹਾ। ਵੈਕਸੀਨ ਨੂੰ ਲੈ ਕੇ ਡਾਕਟਰ ਸਾਹਿਬ ਕਿਉਂ ਇੰਨੇ ਸਵਾਲ ਨੇ, ਅਜੇ ਵੀ ਸਵਾਲ ਨੇ ਕਿ ਜਦੋਂ ਅਸੀਂ ਬੂਸਟਰ ਡੋਜ਼ਸ ਦੀ ਗੱਲ ਕਰਦੇ ਹਾਂ ਤਾਂ ਮੈਸੇਜ ਲੋਕਾਂ ਤੱਕ ਕਲੀਅਰ ਹੋਣਾ ਚਾਹੀਦਾ ਹੈ। ਵਨ ਸਾਈਜ਼ ਫਿਟ ਆਲ ਇਹ ਅਪਰੋਚ ਨਹੀਂ ਅਪਣਾਉਣੀ ਚਾਹੀਦੀ। ਸੋ ਕੀ ਲੱਗਦਾ ਕਿ ਅਜੇ ਵੀ ਲੋਕਾਂ ਤੱਕ ਮੈਸੇਜ ਜਿਹੜਾ ਹੈ ਉਹ ਡਿਫਰੈਂਟ ਤਰੀਕੇ ਨਾਲ ਜਾ ਰਿਹਾ। ਦੇਖੋ ਪਹਿਲੀ ਗੱਲ ਤਾਂ ਹੈ ਕਿ ਜਿਹੜੀ ਇਹਦੀ ਕੋਵਿਡ-19 ਦੀ ਹੈ ਨਾ, ਮੈਨੂੰ ਨਹੀਂ ਜਾਪਦਾ ਕਿ ਕੋਈ ਵੀ ਹਫਤਾ ਜਿਹੜੇ ਵਿੱਚ ਆਪਾਂ ਇਸ ਪ੍ਰੋਗਰਾਮ ਦੇ ਥਰੂ ਲੋਕਾਂ ਨਾਲ ਵਾਰਤਾਲਾਪ ਜਾਂ ਕਨਵਰਸੇਸ਼ਨ ਨਹੀਂ ਕੀਤੀ ਜੀ। ਤੇ ਜੀ ਉਹ ਕਨਵਰਸੇਸ਼ਨ ਨੇ ਫਰਮ ਡੇ 1 ਕਿਹਾ ਸੀ ਕਿ ਇਹਦੀ ਕਹਾਣੀ ਬਦਲਦੀ ਪਈ ਹੈ। ਇਹਦਾ ਅਖੀਰਲਾ ਜੇ ਚੈਪਟਰ ਨਹੀਂ ਆਇਆ, ਨਾ ਇਹਦਾ ਅਖੀਰਲਾ ਪੇਜ ਆਇਆ ਜੇ, ਕਿਉਂਕਿ ਜਿਹੜੀ ਚੀਜ਼ ਦੀ ਇਨਫੋਰਮੇਸ਼ਨ ਸ਼ੁਰੂ ਵਿੱਚ ਕਲੀਅਰ ਨਹੀਂ ਸੀ। ਪਹਿਲਾਂ ਇਹਦੇ ਓਰੀਜਨ ਬਾਰੇ ਗੱਲ ਹੋਈ, ਫਿਰ ਇਹਦੇ ਮੈਕੈਨਿਜ਼ਮ ਬਾਰੇ ਗੱਲ ਹੋਈ, ਫਿਰ ਹੋਈ ਵੀ ਇਹ ਟਰਾਂਸਮਿਸ਼ਨ ਕਿਸ ਤਰ੍ਹਾਂ ਹੁੰਦੀ ਹੈ, ਫਿਰ ਕਹਿੰਦਾ ਜੀ ਫਿਰ ਇਹਨੂੰ ਆਪਾਂ ਰੋਕਥਾਮ ਕਿਸ ਤਰ੍ਹਾਂ ਕਰਨੀ ਹੈ। ਫਸਟ ਵੇਵ ਆ ਗਈ, ਹੁਣ 7ਵੀਂ ਵੇਵ ਦੀ ਗੱਲ ਹੋ ਰਹੀ ਹੈ। ਸੋ ਇਹਦੀ ਜਿਹੜੀ ਲੜੀ ਹੈ ਉਹਦੇ ਵਿੱਚੋਂ ਕਈ ਚੀਜ਼ਾਂ ਵਿੱਚੋਂ ਮਿਸਿੰਗ ਨੇ ਜਿਹੜੀਆਂ ਕਿ ਇਨਫੋਰਮੇਸ਼ਨ, ਲੈਕ ਆਫ ਇਨਫੋਰਮੇਸ਼ਨ ਕਹਿ ਸਕਦੇ ਹਾਂ, ਜਾਂ ਫਿਰ ਮਿਸ ਇਨਫੋਰਮੇਸ਼ਨ, ਜਾਂ ਜਿਹੜੀ ਗੱਪਸ਼ਪ ਤੇ ਜਿਹੜਾ ਫालतू ਗੱਲਾਂ ਜਿਹੜੀਆਂ ਨੇ ਉਹ ਫਲਾਈਆਂ ਗਈਆਂ ਇਹਦੇ ਡਿਜ਼ੀਜ਼ ਬਾਰੇ ਵੀ, ਉਹਦੇ ਓਰੀਜਨ ਬਾਰੇ ਵੀ, ਤੇ ਕਿੱਥੋਂ ਆਈ ਹੈ, ਕਿਉਂ ਆਈ ਹੈ, ਇਹਦੇ ਬਾਰੇ ਕਈ ਥਿਊਰੀਆਂ ਕੀਤੀਆਂ ਗਈਆਂ, ਡੈਮੋਨਸਟ੍ਰੇਸ਼ਨਸ ਹੋਏ, ਲੋਕਾਂ ਨੇ ਪ੍ਰੋਟੈਸਟ ਕੀਤਾ, ਵੈਕਸੀਨੇਸ਼ਨ ਵਾਲੇ ਲੋਕਾਂ ਨੇ ਆਪਣੀਆਂ ਗੱਲਾਂ ਬਣਾਈਆਂ, ਜਿਨ੍ਹਾਂ ਨੂੰ ਨਹੀਂ ਸੀ ਸਮਝ ਉਹਨਾਂ ਨੇ ਇਸ ਚੀਜ਼ ਨੂੰ ਕਿਸੇ ਹੋਰ ਕੰਮ ਲਈ ਫੋਕਸ ਕਰ ਲਿਆ। ਸੋ ਇਹ ਕਹਾਣੀ ਜਿਹੜੀ ਹੈ ਨਾ ਬਦਲਦੀ ਹੈ। ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਿਊਜ਼ ਦੇ ਵਿੱਚ, ਜਿਸ ਤਰ੍ਹਾਂ ਅੱਜ ਵੀ ਬੜੀ ਮੈਂ ਕਿਹਾ 1-2 ਦਿਨ ਹੋ ਗਏ ਨੇ ਵੀ ਇਹਦੇ ਸਾਈਡ ਇਫੈਕਟਸ ਬਾਰੇ ਆ ਰਹੀ ਹੈ ਵੀ ਕਿ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਵੀ ਜਿਹੜੀ ਆਪਾਂ ਮੈਡੀਸਨ ਲੈ ਰਹੇ ਹਾਂ ਇਹ ਸਾਈਡ ਇਫੈਕਟ ਉਹਦੇ ਕਰਕੇ ਹੈ।
ਕੋਈ ਲੰਬੀ ਸਟੱਡੀ ਦੇ ਕਿਸੇ ਨੇ ਮੈਂ ਤੇ ਕੋਈ ਵੇਖੀ ਨਹੀਂ ਵੀ ਪੇਸ਼ ਕੀਤੀ ਹੋਏ ਵੀ ਹਜ਼ਾਰਾਂ ਜਾਂ ਲੱਖਾਂ ਲੋਕਾਂ ਨੂੰ ਵਾਚ ਕੀਤਾ, ਰਜਿਸਟਰ ਕੀਤਾ, ਉਹਨਾਂ ਦੀ ਕੰਪਲੇਨ ਦੇਖੀਆਂ ਵੀ ਪੋਸਟ ਵੈਕਸੀਨੇਸ਼ਨ ਕੀ ਹੁੰਦਾ। ਹੋ ਸਕਦਾ ਵੀ ਕੋਇਨਸੀਡੈਂਸ ਵੀ ਹੋ ਸਕਦਾ, ਪਰ ਇਹ ਵੀ ਨਾਲ ਗੱਲ ਪੋਸੀਬਲ ਹੈ ਕਿ ਇਹਦੇ ਸਾਈਡ ਇਫੈਕਟ ਵੀ ਹੋ ਸਕਦੇ ਨੇ। ਜੀ। ਪਰ ਜਿਹੜੀ ਚੀਜ਼ ਦਾ ਅਜੇ ਪੂਰੀ ਤੌਰ ਤੇ ਗੱਲਬਾਤ ਨਹੀਂ ਹੈਗੀ, ਉਹ ਸਾਨੂੰ ਉਹਦੇ ਬਾਰੇ ਜਿਹੜਾ ਨਾ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿੰਨੀ ਦੇਰ ਤੱਕ ਕੈਨੇਡਾ ਹੈਲਥ ਵਾਲੇ ਜਾਂ BC ਗਵਰਨਮੈਂਟ ਵਾਲੇ ਜਾਂ ਜਿਹੜੀਆਂ ਸਾਡੀਆਂ ਹੈਲਥ ਅਥਾਰਟੀਜ਼ ਨੇ ਉਹ ਸਾਨੂੰ ਕਲੀਅਰ ਡਾਇਰੈਕਸ਼ਨ ਨਹੀਂ ਦਿੰਦੀਆਂ ਵੀ ਇਹ ਪ੍ਰੋਬਲਮ ਆ ਸਕ, ਉਨੀ ਦੇਰ ਤੱਕ ਇਸ ਚੀਜ਼ ਨੂੰ ਤੁਸੀਂ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਪਰ ਇਹਨੂੰ ਪ੍ਰੈਕਟੀਕਲ ਤਰੀਕੇ ਦੇ ਨਾਲ ਇੰਨੀ ਇਹਦੀ ਇੰਪੋਰਟੈਂਸ ਬਣਾਉਣੀ ਵੀ ਤੁਸੀਂ ਇਹ ਨਾ ਕੰਜ਼ਿਊਮ ਹੋ ਜਾਓ ਵੀ ਅਸੀਂ ਇੰਜੈਕਸ਼ਨ ਨਹੀਂ ਲਵਾਉਣਾ, ਜੇ ਲਵਾਇਆ ਸੀ ਉਹ ਪਹਿਲਾਂ ਕਿਉਂ ਲਵਾਇਆ ਸੀ। ਹੁਣ ਕਈ ਵਾਰੀ ਲੋਕ ਇਹ ਵੀ ਕਹਿੰਦੇ ਨੇ ਵੀ ਆਹ ਸਾਰੀ ਜਿਹੜੀ ਇਹ ਸਾਰਾ ਇੱਕ ਕਿਸਮ ਦਾ ਐਵੇਂ ਸੀ, ਇਹ ਕਹਿੰਦੇ ਵੀ ਇੰਜੈਕਸ਼ਨ ਤੁਹਾਨੂੰ ਇਹ ਕਿਸ ਤਰ੍ਹਾਂ ਹੋਇਆ ਵੀ ਇੰਜੈਕਸ਼ਨ ਕਿੱਦਾਂ ਡਿਵੈਲਪ ਹੋ ਗਏ। ਬੜੀ ਵਾਰੀ ਐਕਸਪਲੇਨ ਲੋਕਾਂ ਨੇ ਬੜੇ ਚੰਗੇ ਸਵਾਲ ਪੁੱਛਦੇ ਨੇ ਵੀ ਇਹ ਵੈਕਸੀਨੇਸ਼ਨ ਤੇ ਜਦੋਂ ਤਕਲੀਫ ਨਵੀਂ ਹੈ ਤੇ ਵੈਕਸੀਨੇਸ਼ਨ 18 ਮਹੀਨਿਆਂ 'ਚ ਕਿੱਥੋਂ ਤਿਆਰ ਕਰ ਲਿਆ, 24 ਮਹੀਨਿਆਂ 'ਚ ਤਿਆਰ ਕਿੱਥੋਂ ਕਰ ਲਿਆ। ਉਦੋਂ 6 ਤੋਂ 8 ਮਹੀਨੇ ਵਿੱਚ ਗੱਲ ਹੋਈ ਸੀ, ਉਹ ਤਾਂ ਡਿਫਰੈਂਟ ਟੈਕਨੀਕ ਸੀ। ਪਰ ਓਵਰਆਲ ਜਿਹੜਾ ਨਾ ਇਹ ਮੈਂ ਤਾਂ ਗੱਲ ਕਰਨਾ ਪਿਆ ਕਿਉਂਕਿ ਕਈ ਪ੍ਰੋਗਰਾਮ ਹੋ ਸਕਦਾ ਸਾਰੇ ਨਾ ਵੇਖਦੇ ਹੋਣ ਸਾਡਾ ਹਰ ਟਾਈਮ ਤੇ, ਉਹਨਾਂ ਨੂੰ ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਵੀ ਜਿੰਨਾ ਕੁਝ ਵੀ ਹੋਇਆ ਉਹਦੇ ਵਿੱਚੋਂ ਅਸਲੀਤ ਜ਼ਿਆਦਾ, ਜਿਹੜੀਆਂ ਗੱਪਾਂ ਛੱਪਾਂ ਉਹ ਘੱਟ ਨੇ, ਤੇ ਉਹਨਾਂ ਵੱਲ ਧਿਆਨ ਦਿਓ ਕਿਉਂਕਿ ਹਰ ਆਦਮੀ ਨੂੰ ਹਰ ਚੀਜ਼ ਹਰ ਟਾਈਮ ਤੇ ਨਹੀਂ ਠੀਕ ਪਤਾ ਹੁੰਦੀ। ਸੋ ਜਿਹੜਾ ਵੀ ਸਾਡਾ ਸਿਸਟਮ ਐਸਟੈਬਲਿਸ਼ ਹੈ ਉਹਦੇ ਵਿੱਚ ਉਹ ਪ੍ਰੋਪਰ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਵੀ ਵੈਕਸੀਨੇਸ਼ਨ ਅਪਰੂਵ ਹੁੰਦੀ ਹੈ ਉਹ ਪ੍ਰੋਸੈਸ ਦੇ ਥਰੂ ਜਾਂਦੀ ਹੈ। ਇਹ ਤਾਂ ਹੈ ਨਹੀਂ ਵੀ ਕਿਸੇ ਨੇ ਫੋਨ ਕਰਤਾ ਵੀ ਆ ਜੀ ਆ ਮੈਡੀਸਨ ਸ਼ੁਰੂ ਕਰ ਲਓ ਜੀ ਬਸ ਤੁਹਾਡਾ ਕੰਮ ਹੋ ਗਿਆ। ਦੇਰ ਇਜ਼ ਅ ਪ੍ਰੋਸੈਸ, ਤੇ ਇਹ ਪਹਿਲਾਂ ਜਿਹੜੀਆਂ ਆਪਣੀਆਂ CDC ਕੈਨੇਡਾ ਵਾਲੇ ਜਾਂ ਹੈਲਥ ਕੈਨੇਡਾ ਉਹਨਾਂ ਦੇ ਰੂਲ ਨੇ, USA ਦੇ ਵੀ ਰੂਲ ਨੇ, ਉਹਨਾਂ ਨੂੰ ਫੋਲੋ ਕਰਦੇ ਨੇ। ਬਸ ਸਾਡਾ ਜਿਹੜਾ ਮੁਲਕ ਹੈ ਮੈਨੂੰ ਜਾਪਦਾ ਸਾਰਿਆਂ ਤੋਂ ਸਿਆਣੇ ਤਰੀਕੇ ਨਾਲ ਕੰਮ ਕਰਦਾ, ਕਾਹਲੀ ਨਹੀਂ ਕਰਦੇ। ਪਰ ਇਹਨਾਂ ਨੇ ਇੱਕ ਹੀ ਜਿਹੜੀ ਇਹਨਾਂ ਦੀ ਮੇਨ ਜਿਹੜੀ ਮਿਸਟੇਕ ਸੀ ਸ਼ੁਰੂ ਦੇ ਵਿੱਚ ਕਿ ਪਹਿਲਾਂ 10 ਸਾਲ ਪਹਿਲਾਂ ਵੈਕਸੀਨੇਸ਼ਨ ਬਣਾਉਣੇ ਬੰਦ ਕਰਦੇ ਸੀ, ਉਹ ਹੁਣ ਇਹਨਾਂ ਨੂੰ ਵੈਕਸੀਨੇਸ਼ਨ ਬਣਾਉਣ ਵਾਸਤੇ ਕੈਨੇਡਾ ਵਿੱਚ ਮੈਨੂਫੈਕਚਰ ਕਰਨੇ ਪੈਣੇ ਨੇ, ਕਿਉਂਕਿ ਜਿਹੜਾ ਲੰਬਾ ਆਉਣ ਵਾਲਾ ਸਮਾਂ ਉਹਦੇ ਵਿੱਚ ਇਹ ਪਤਾ ਨਹੀਂ ਵੀ ਇਹ ਵਾਇਰਸ ਇਹ ਪਹਿਲੀ ਤੇ ਹੈ ਨਹੀਂ ਨਾ ਹੀ ਅਖੀਰਲੀ ਹੈ। ਸੋ ਇਸ ਤੋਂ ਇਲਾਵਾ ਜਿਹੜੇ ਬਾਕੀ ਵੀ ਵੈਕਸੀਨੇਸ਼ਨ ਨੇ, ਕਿਉਂਕਿ ਇਹਦੇ ਨਾਲ ਕਈ ਤਰ੍ਹਾਂ ਦੇ ਇਹਦੇ ਬਾਰੇ ਸਵਾਲ ਆਏ, ਪਰ ਮੈਂ ਸਮਝਦਾ ਵੀ ਜੇ ਅੱਜ ਸਾਨੂੰ ਸੰਭਵ ਕਰਨਾ ਹੋਏ ਵੀ 2-3 ਮਿੰਟਾਂ ਦੇ ਵਿੱਚ ਵੀ ਇਹ ਪ੍ਰੋਬਲਮ ਕੀ ਹੈ। ਇਹ ਪਹਿਲੀ ਗੱਲ ਤੇ ਹੈ ਵੀ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੇ ਸੀ, ਜੇ ਉਹਨਾਂ ਨੂੰ ਚੌਥੀ ਡੋਜ਼ ਆਫਰ ਹੋ ਰਹੀ ਹੈ, ਜੇ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਉਹ ਤੁਸੀਂ ਲਵਾ ਲਓ। ਬਿਲਕੁਲ, ਜਿਨ੍ਹਾਂ ਨੂੰ ਤੀਜੀ ਦੀ ਵਾਰੀ ਆ ਗਈ ਉਹ ਲਵਾ ਲਓ, ਪਰ ਜਿਨ੍ਹਾਂ ਦੀ ਆਲਰੇਡੀ ਸਿਹਤ ਖਰਾਬ ਹੈ, ਜਿਨ੍ਹਾਂ ਨੂੰ ਮੈਡੀਕਲ ਕੰਡੀਸ਼ਨਸ ਹਨ, ਉਹਨਾਂ ਵਾਸਤੇ ਲਵਾਉਣਾ ਜ਼ਰੂਰੀ ਹੈ। ਕੋਈ ਖੇਡ ਤੇ ਹੈ ਨਹੀਂ ਵੀ ਤੁਹਾਨੂੰ ਕੋਈ ਐਵੇਂ ਫੋਨ ਕਰ ਈਮੇਲ ਭੇਜੀ ਜਾ ਰਿਹਾ ਜਾਂ ਕੋਈ ਫੋਨ ਕਰੀ ਜਾ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਫੋਲੋ ਕਰੀਏ, ਤੇ ਕਿਉਂਕਿ ਜਦੋਂ ਫਿਰ ਜੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਸ਼ੱਕ ਹੈਗਾ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਿਨ੍ਹਾਂ ਦੀ ਫੈਮਿਲੀ ਵਿੱਚ ਪ੍ਰੋਬਲਮ ਆਈ ਸੀ ਉਹਨਾਂ ਨਾਲ ਫੋਨ ਕਰਕੇ ਉਹਨਾਂ ਕੋਲ ਪੁੱਛੋ ਵੀ ਕੀ ਹੁੰਦਾ ਹੈ, ਜਿਹੜੀ ਤਕਲੀਫ ਹੈ ਇਹਨੂੰ ਪਹਿਲਾਂ ਕੇਅਰ ਹੋਮ ਦੇ ਵਿੱਚ ਕਿੰਨੇ ਲੋਕਾਂ ਦੀ ਡੈਥ ਹੋਈ, ਫਿਰ ਲੋਕੀ ਹਸਪੀਟਲ ਦੇ ਵਿੱਚ ਕਿ ਪਹਿਲਾਂ ਵੈਂਟੀਲੇਟਰ ਨਹੀਂ ਸੀ ਕੈਨੇਡਾ ਵਿੱਚ ਇੰਨੇ ਜ਼ਿਆਦਾ, ਫਿਰ ਵੈਂਟੀਲੇਟਰ ਆਰਡਰ ਕੀਤੇ, ਸਾਰਾ ਸਿਸਟਮ ਪ੍ਰਿਪੇਅਰ ਕੀਤਾ। ਸੋ ਇਹਦੇ ਵਿੱਚੋਂ ਬਹੁਤ ਕੁਝ ਕੀਤਾ ਗਿਆ, ਤੇ ਜਿੰਨਾ ਕੁਝ ਕੀਤਾ ਗਿਆ ਉਹਦਾ ਕੋਈ ਮਕਸਦ ਹੈ, ਤੇ ਇਹ ਨਾ ਹੋਏ ਵੀ ਐਂਡ ਰਿਜ਼ਲਟ ਦੇ ਵਿੱਚ ਕੋਈ ਗੜਬੜ ਕਰਦੀ ਹੈ। ਪਿਛਲੇ ਹਫ਼ਤੇ ਮੈਂ ਦੱਸਿਆ ਸੀ ਵੀ ਜਿਹੜਾ COVID-19 ਦਾ ਤੇ ਜਿਹੜੀ ਦੂਸਰੀ ਇਹਦਾ ਵੇਰੀਐਂਟ ਹੈ ਓਮਿਕਰੋਨ, ਉਹਦੀ ਕੰਬੀਨੇਸ਼ਨ ਵੀ ਉਹਨਾਂ ਨੇ ਸ਼ੁਰੂ ਕਰ ਦਿੱਤਾ। ਹੁਣ ਤੇ ਕਹਿ ਰਹੇ ਨੇ ਵੀ ਛੋਟੇ ਬੱਚਿਆਂ ਨੂੰ ਵੀ ਤੁਸੀਂ ਲਵਾ ਸਕਦੇ ਹੋ। ਸੋ ਸਾਨੂੰ ਚਾਹੀਦਾ ਵੀ ਆਪਣਾ ਮਨ ਜਿਹੜਾ ਨਾ ਤੇ ਆਪਣਾ ਦਿਮਾਗ ਨਾ ਦੋਨਾਂ ਚੀਜ਼ਾਂ ਨੂੰ ਕੋਰਿਲੇਟ ਕਰਨ ਦੀ ਕੋਸ਼ਿਸ਼ ਕਰੀਏ, ਐਂਡ ਵਿਦ ਦ ਨੌਲੇਜ ਇਹ ਹੁੰਦਾ ਵੀ ਕੋਈ ਅਥੈਂਟਿਕ ਨੌਲੇਜ ਹੈ ਜਾਂ ਕਿਸੇ ਪ੍ਰੋਗਰਾਮ ਦੇਖ ਲਓ ਕੱਲਾ ਇਹ ਕਿਹੜਾ ਵੀ ਇਕੱਲੇ ਲੋਕ ਹੀ ਇੱਕ ਪ੍ਰੋਗਰਾਮ ਹੀ ਵਾਚ ਕਰਦੇ ਨੇ। ਸੋ ਮੈਨੀ ਪ੍ਰੋਗਰਾਮ ਸਭ ਤੋਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਡਾਕਟਰ ਸਾਹਿਬ ਜਿਨ੍ਹਾਂ ਨੇ ਇਸ ਪ੍ਰੋਸੈਸ ਦੇ ਵਿੱਚ ਸਾਥ ਦਿੱਤਾ, ਕਿਉਂਕਿ ਬਹੁਤ ਸਾਰੇ ਲੋਕਾਂ ਤੇ ਟੈਸਟ ਕੀਤੇ ਗਏ ਨੇ, ਫਿਰ ਟੈਸਟਿੰਗ ਤੋਂ ਬਾਅਦ ਜਿਹੜਾ ਆ ਫਿਰ ਆਮ ਲੋਕਾਂ ਤੱਕ ਇਹ ਜਿਹੜੇ ਪਹੁੰਚਾਇਆ ਗਿਆ। ਸੋ ਤੁਸੀਂ ਦੇਖੋ ਟੈਸਟਿੰਗ ਪ੍ਰੋਸੈਸ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਉਹਨਾਂ ਨੂੰ ਥੋੜ੍ਹੀਆਂ ਬਹੁਤ ਪ੍ਰੋਬਲਮਸ ਕਈਆਂ ਨੂੰ ਆਈਆਂ ਹੋਣੀਆਂ, ਫਿਰ ਹੋਰ ਮੋਡੀਫਾਈ ਕੀਤਾ ਹੋਣਾ, ਫਿਰ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਕਿਸ ਤਰ੍ਹਾਂ ਦਾ ਰਿਐਕਸ਼ਨ ਹੁੰਦਾ, ਤੇ ਫਿਰ ਵੈਕਸੀਨ ਜਿਹੜੀ ਆਈ ਹੈ, ਚਾਹੇ ਇਹ ਘੱਟ ਸਮੇਂ ਦੇ ਵਿੱਚ ਆਈ ਹੈ, ਪਰ ਫਿਰ ਵੀ ਇਹ ਵੈਕਸੀਨ ਜਿਹੜੀ ਹੈ ਬੜੀ ਵਧੀਆ ਤਰੀਕੇ ਦੇ ਨਾਲ ਤਿਆਰ
ਤਿਆਰ ਕੀਤੀ ਗਈ ਹੈ, ਤਾਂ ਹੀ ਉਹ ਸਾਰੇ ਲੋਕ ਜਿਹੜੇ ਬਚੇ ਹੋਏ ਆ। ਸੋ ਵੈਕਸੀਨ ਤੇ ਜੋ ਵੀ ਅਥਾਰਟੀਜ਼ ਕਹਿ ਰਹੀਆਂ ਨੇ ਉਹ ਸੋਚ ਸਮਝ ਕੇ ਕਹਿ ਰਹੀਆਂ ਨੇ, ਸੋ ਉਸ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ। ਪਰ ਡਾਕਟਰ ਸਾਹਿਬ, ਇਸ ਕੋਵਿਡ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਅਸੀਂ ਕ੍ਰੋਨਿਕਲ ਡਿਸੀਜ਼ਸ ਦੀ ਗੱਲ ਕੀਤੀ ਹੈ, ਅਸੀਂ ਹੋਰ ਬਹੁਤ ਸਾਰੀਆਂ ਡਿਸੀਜ਼ਸ ਦੀ ਗੱਲ ਕੀਤੀ ਹੈ। ਅੱਜ ਸਪੈਸ਼ਲ ਤੌਰ ਦੇ ਉੱਤੇ ਅਸੀਂ ਕਿਹਾ ਕਿ ਗੱਲ ਕਰਨੀ ਹੈ ਗਟ ਹੈਲਥ ਦੇ ਬਾਰੇ, ਫਾਸਟਿੰਗ ਦੇ ਬਾਰੇ, ਕਿਉਂਕਿ ਗਟ ਹੈਲਥ ਬਾਰੇ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਵੀ ਕਿਉਂ ਇੰਪੋਰਟੈਂਟ ਆ ਸਾਡੇ ਲਈ। ਅਸੀਂ ਜਿਵੇਂ ਪਹਿਲਾਂ ਵੀ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੋ ਟੇਬਲ ਤੇ ਆ ਗਿਆ ਖਾ ਲਿਆ, ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਗਟ ਹੈਲਥ ਕਿਉਂ ਜ਼ਰੂਰੀ ਹੈ, ਕਿਉਂ ਇੰਪੋਰਟੈਂਟ ਹੈ? ਦੇਖੋ, ਬਾਡੀ ਦੇ ਵਿੱਚ ਜਿਹੜੀ ਵੀ ਕਿਸੇ ਇਨਸਾਨ ਦੀ ਬਾਡੀ ਹੈ, ਇਹ ਤੁਹਾਨੂੰ ਇੱਕ ਕਿਸਮ ਦੀ ਸਾਨੂੰ ਸਾਰਿਆਂ ਨੂੰ ਗਿਫਟ ਹੈ। ਉਹਦੇ ਵਿੱਚ ਹਰ ਇੱਕ ਬਾਡੀ ਦਾ ਜਿਹੜਾ ਸੈੱਲ ਹੈ, ਹਰ ਇੱਕ ਬਾਡੀ ਦਾ ਪਾਰਟ ਹੈ, ਉਹਦਾ ਫੰਕਸ਼ਨ ਹੈ। ਉਸ ਫੰਕਸ਼ਨ ਨੂੰ ਮੇਨਟੇਨ ਕਰਨ ਲਈ ਤੁਹਾਨੂੰ ਉਹਦੀ ਚਾਹੀਦੀ ਹੈ ਥੋੜ੍ਹਾ ਜਿਹਾ ਨੌਲੇਜ ਚਾਹੀਦਾ। ਕਿਉਂਕਿ ਜਦੋਂ ਆਪਾਂ ਜਾਂਦੇ ਹਾਂ ਕਿਸੇ ਡਾਕਟਰ ਕੋਲ, ਅਸੀਂ ਜਿਸ ਹਿਸਾਬ ਨਾਲ ਟ੍ਰੇਨਡ ਆ, ਮੋਸਟਲੀ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਡਾਕਟਰ ਦਾ ਕੰਮ ਹੈ। ਡਾਕਟਰ ਦਾ ਕੰਮ ਤੇ ਤੁਹਾਡੀ ਡਿਜ਼ੀਜ਼ ਨੂੰ ਅਖੀਰ ਤੇ ਜਾ ਕੇ ਮੈਨੇਜਮੈਂਟ ਕਰਨਾ, ਪਰ ਜਿਹੜਾ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਆਪਣੀ ਬਾਡੀ ਹੈ, ਇਹ ਤੁਹਾਡਾ ਕੰਮ ਹੈ ਉਹਨੂੰ ਸਮਝਣਾ। ਇਸੇ ਕਰਕੇ ਜਿਹੜੀ ਐਜੂਕੇਸ਼ਨ ਨੇ ਕਈਆਂ ਕੰਟਰੀਆਂ ਵਿੱਚ ਸਕੂਲਾਂ ਦੇ ਵਿੱਚ ਐਜੂਕੇਸ਼ਨ ਇਹਦੇ ਹੈਲਥ ਬਾਰੇ ਹੁੰਦੀ ਹੈ। ਇੱਕ ਨਾ ਕੋਈ ਕਲਾਸ ਹੁੰਦੀ ਸੀ ਪਹਿਲਾਂ, ਹੁਣ ਪਤਾ ਨਹੀਂ ਵੀ ਇੱਥੇ ਕਿਉਂ ਕਰਦੇ ਕਿ ਨਹੀਂ ਕਰਦੇ, ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈਗਾ। ਪਰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਤੁਹਾਡੀ ਬਾਡੀ ਹੈ, ਇਹਦਾ ਫੰਕਸ਼ਨ ਕੀ ਹੈ, ਬਾਡੀ ਦੇ ਮੇਨ ਹਿੱਸੇ ਨੇ ਉਹ ਕਿਸ ਤਰੀਕੇ ਨਾਲ ਫੰਕਸ਼ਨ ਕਰਦੇ ਨੇ। ਜੇ ਤੁਸੀਂ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਹੀ ਟ੍ਰੇਨ ਕਰੋਗੇ ਵੀ ਬਾਡੀ ਬਾਰੇ ਧਿਆਨ ਰੱਖਣ ਤੇ ਫਿਰ ਹੀ ਗੱਲ ਕਰਨੀ ਹੈ, ਸਿਰਫ ਜਾ ਕੇ ਇਕੱਲਾ ਇੱਕ ਦੋ ਗੱਲਾਂ ਤੇ ਫੋਕਸ ਨਹੀਂ ਨਾ ਕਰ ਸਕਦੇ। ਸੋ ਇਹਦਾ ਹੈਗਾ ਕਿ ਜਿਹੜੀ ਸਾਡੀ ਬਾਡੀ ਦਾ ਜਿਹੜਾ ਇੰਟੈਸਟਾਈਨ ਹੈ, ਇਹ ਸਾਡੀ ਬਾਡੀ ਦਾ ਮੇਨ ਇੰਜਨ ਹੈ। ਇਹਦੇ ਥਰੂ ਹੀ ਆਪਾਂ ਨੇ ਫਿਊਲ ਬਾਡੀ ਵਿੱਚ ਜਾਣਾ। ਇਸੇ ਤਰੀਕੇ ਨਾਲ ਇਹਨੇ ਬਾਡੀ ਦੇ ਵਿੱਚ ਉਸ ਚੀਜ਼ ਨੂੰ ਜੋ ਅਸੀਂ ਫੂਡ ਖਾਂਦੇ ਹਾਂ ਉਹਨੂੰ ਕਨਵਰਟ ਕਰਕੇ ਡਿਫਰੈਂਟ ਪਾਰਟਸ ਦੇ ਵਿੱਚ ਉਹਦੀ ਅਬਜ਼ੌਰਪਸ਼ਨ ਹੁੰਦੀ ਹੈ ਤੇ ਉਹ ਬਾਡੀ ਸਾਡੀ ਨੂੰ ਜਿਹੜਾ ਨਾ ਕਾਇਮ ਰੱਖਦਾ। ਜਸਟ ਇਮੈਜਿਨ ਵੀ ਤੁਸੀਂ ਕੋਈ ਚੀਜ਼ ਖਰੀਦੀ ਹੈ, ਕੋਈ ਤੁਹਾਡੇ ਕੋਲ ਕੋਈ ਚੀਜ਼ ਲਈ ਤੁਸੀਂ, ਜੇ ਤੁਸੀਂ ਉਹਦੀ ਰਿਪੇਅਰ ਹੀ ਨਹੀਂ ਕੀਤੀ, ਤੁਸੀਂ ਉਹਨੂੰ ਕਦੀ ਸਾਫ਼ ਨਹੀਂ ਕੀਤਾ, ਉਹਨੂੰ ਕਲੀਨ ਨਹੀਂ ਕੀਤਾ, ਉਹਦੀ ਟਿਊਨ ਅਪ ਕਰਾਉਣ ਲਈ ਨਹੀਂ ਗਏ, ਜਾਂ ਉਹਦਾ ਮੈਕੈਨਿਜ਼ਮ ਨਹੀਂ ਸਮਝਿਆ। ਮੈਨੂੰ ਤੇ ਆਪ ਨਹੀਂ ਪਤਾ ਗੱਡੀਆਂ ਕਿਸ ਤਰ੍ਹਾਂ ਗੱਲ ਕਰਦੇ ਨੇ, ਪਰ ਨੈਚੁਰਲੀ ਕੋਈ ਵੀ ਤੁਸੀਂ ਐਗਜ਼ਾਮਪਲ ਲੈ ਲਓ ਵੀ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਤੁਹਾਨੂੰ ਪ੍ਰੋਬਲਮ ਹੋਣੀ। ਜਿਹੜੀ ਤੁਹਾਡੀ ਬਾਡੀ ਹੈ, ਇਹਨੂੰ ਤੁਹਾਡਾ ਸਮਝਣਾ ਤੇ ਆਪਣਾ ਫਰਜ਼ ਬਣਦਾ। ਸਪੋਜ਼ ਵੀ ਲੋਕੀ ਰੋਜ਼ ਵਾਸ਼ਰੂਮ ਕਿਉਂ ਜਾਂਦੇ ਨੇ? ਵਾਈ ਡੂ ਦੇ ਕਲੀਨ ਦੇਅਰ ਬਾਡੀ? ਜੇ ਆਪਾਂ ਸਕਿਨ ਨੂੰ ਕਲੀਨ ਨਾ ਕਰਾਂਗੇ ਤਾਂ ਸਕਿਨ 'ਤੇ ਵੀ ਜੰਮ ਜਾਏਗਾ ਸਮਾਨ, ਸਕਿਨ 'ਤੇ ਵੀ ਬੈਕਟੀਰੀਆ ਨੇ, ਸਕਿਨ 'ਤੇ ਵੀ ਗੱਲਾਂ ਹੋਰ ਆ ਸਕਦੀਆਂ। ਵਾਲ ਲੋਕੀ ਨਹੀਂ ਸਾਫ਼ ਕਰਦੇ, ਉਹਦੀ ਪ੍ਰੋਬਲਮ ਆ ਜਾਏਗੀ। ਨੇਲ ਤੁਸੀਂ ਨਹੀਂ ਕਰਦੇ, ਕੋਈ ਵੀ ਬਾਡੀ ਦਾ ਹਿੱਸਾ ਜੇ ਉਹਨੂੰ ਸਾਫ਼ ਸੁਥਰਾ ਨਹੀਂ ਰੱਖੋਗੇ, ਉਹਨੂੰ ਨਿਊਰਿਸ਼ਮੈਂਟ ਨਹੀਂ ਦਿਓਗੇ, ਪ੍ਰੋਬਲਮ ਆਉਣੀ ਕਿ ਨਹੀਂ ਆਉਣੀ? ਕਿਉਂਕਿ ਦਿਸਦਾ ਬਾਹਰ, ਇਹਨੂੰ ਅਸੀਂ ਦਿਖਾਵੇ ਵਾਸਤੇ ਇਹਨੂੰ, ਜਾਂ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ, ਪਰ ਜਿਹੜਾ ਇੰਟੈਸਟਾਈਨ ਹੈ ਸਾਡੇ ਮੂੰਹ ਤੋਂ ਲੈ ਕੇ ਸਾਡਾ ਜਿਹੜਾ ਅਖੀਰਲਾ ਪਾਰਟ ਹੈ, ਉਹਦਾ ਹਰ ਇੱਕ ਪਾਰਟ ਦਾ ਆਪਣਾ ਹਿੱਸਾ ਹੈ। ਉਹਦਾ ਇੱਕ ਬੜਾ ਵੱਡਾ ਰੋਲ ਹੈ। ਜਿਹੜੀ ਜਿਸ ਤਰ੍ਹਾਂ ਹੁਣ ਫੂਡ, ਜੇ ਮੈਂ ਅੱਜ ਥੋੜ੍ਹਾ ਜਿਹਾ ਇੰਟਰੋਡਿਊਸ ਕਰਾਂਗਾ, ਅਗਲੇ ਹਫਤੇ ਇਹਨੂੰ ਐਕਸਪੈਂਡ ਕਰਾਂਗਾ ਕਿ ਆਪਾਂ ਜਦੋਂ ਫੂਡ ਖਾਂਦੇ ਹਾਂ, ਫਾਰ ਐਗਜ਼ਾਮਪਲ ਮੇਰੇ ਕੋਲ ਆ ਫੂਡ ਹੈਗਾ, ਇਹਨੂੰ ਜਦੋਂ ਮੈਂ ਆਪਣੇ ਮੂੰਹ ਦੇ ਰਸਤੇ, ਮੈਨੂੰ ਪਹਿਲਾ ਕੰਮ ਹੈ ਜਦੋਂ ਮੈਂ ਇਹਨੂੰ ਆਪਣੇ ਅੰਦਰ ਕਰ ਲਿਆ, ਜਿਹੜੀ ਮੇਰੀ ਜ਼ੁਬਾਨ ਦਾ ਜਿਹੜਾ ਫਸਟ ਹਿੱਸਾ ਉਹਦੇ ਵਿੱਚ ਟੇਸਟ ਬਡਸ ਨੇ, ਉਹਨੇ ਸਿਸਟਮ ਕ੍ਰੀਏਟ ਸ਼ੁਰੂ ਕਰ ਦੇਣਾ। ਫਿਰ ਤੁਸੀਂ ਇਹਨੂੰ ਫੂਡ ਨੂੰ ਆਪਾਂ ਚਿਊ ਕਰਨੇ ਆ, ਉਹਨੂੰ ਚੰਗੀ ਤਰ੍ਹਾਂ ਤੋਂ ਆਪਣੇ ਗਮਸ ਦੇ ਜਿਹੜੇ ਤੁਹਾਡੇ ਦੰਦਾਂ ਦੇ ਨਾਲ, ਕਿਉਂ ਕਹਿੰਦੇ ਨੇ ਵੀ ਚਿਊ ਕਰੋ, ਉਹ ਵੀ ਹੱਥ ਠੀਕ ਕਰਨੀ ਪੈਣੀ ਹੈ। ਮੈਂ ਆਪ ਵੀ ਕੀਤੀ ਠੀਕ, ਵੀ ਕਾਲੀ ਖਾ ਜਾਂਦੇ ਸੀ ਲੋਕ। ਤੇ ਉਹਦੇ ਵਿੱਚ ਹੈਗਾ ਵੀ ਜੇ ਤੁਸੀਂ ਉਹਨੂੰ, ਜਦੋਂ ਆਪਾਂ ਫੂਡ ਚਿਊ ਕਰਨੇ ਆ, ਉਸ ਤੋਂ ਬਾਅਦ ਉਹਦੇ ਨਾਲ ਹੀ ਜਿਹੜਾ ਸਾਡਾ ਜਿਹੜੇ ਗਲੈਂਡ ਨੇ, ਜਿਹੜਾ ਉਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਸਾਡਾ ਸਲਾਈਵਾ, ਉਹਦੇ ਵਿੱਚ ਜਿਹੜੇ ਸਾਰੇ ਜੂਸਿਸ ਨੇ, ਉਹਦੇ ਨਾਲ ਸਾਡਾ ਜਿਹੜਾ ਸੈਕੰਡ ਪਾਰਟ ਆਉਂਦਾ ਥਰੋਟ ਦੇ ਵਿੱਚ, ਜਦੋਂ ਫੂਡ ਪਹੁੰਚ ਜਾਂਦਾ ਉਹਨੇ ਉਸ ਤੋਂ ਬਾਅਦ ਜਾਣਾ ਸਾਡੇ ਇਸੋਫੇਗਸ ਦੇ ਵਿੱਚ। ਉਹਦੀ ਜਿਹੜੀ ਆਪਣੀ ਜਿਹੜੀ ਹੈ ਨਾ ਮੂਵਮੈਂਟ ਹੈਗੀ ਹੈ ਕਿ ਉਹਦਾ ਸਟਰਕਚਰ ਇੱਦਾਂ, ਉਹਨੇ ਫੂਡ ਨੂੰ ਪ੍ਰੋਪੈਲ ਕਰਨਾ ਵੀ ਅੰਦਰ ਜਾਣਾ। ਬਾਡੀ ਅਗਲਾ ਪਾਰਟ ਆਉਂਦਾ ਸਟਮਕ ਦਾ, ਜਿਹੜਾ ਕਿ ਇੱਕੋ ਹੀ ਬਾਡੀ ਦਾ ਪਾਰਟ ਹੈ, ਜਿਹਦੇ ਵਿੱਚੋਂ ਇੱਕ ਕਿਸਮ ਦਾ ਗ੍ਰਾਈਂਡਰ ਵਾਂਗੂ ਕੰਮ ਕਰਦਾ। ਉਹ ਤੁਹਾਡਾ ਫੂਡ ਤੁਸੀਂ ਲਿਆ, ਉਹਦੇ ਵਿੱਚ ਐਸਿਡ ਮਿਕਸ ਹੋਣਾ, ਛੋਟੇ ਛੋਟੇ ਹਿੱਸਿਆਂ 'ਚ ਉਹਨੇ 2-2.5 ਘੰਟੇ ਰੱਖ ਕੇ ਫਿਰ ਅਗਲੇ ਹਿੱਸਿਆਂ 'ਚ ਜਾਣਾ। ਉਸੇ ਵਿੱਚ ਜਿਹੜੇ ਅਗਲੇ ਹਿੱਸੇ ਨੇ ਬਾਡੀ ਦੇ, ਉਹਦੇ ਵਿੱਚੋਂ ਜਿਸ ਤਰ੍ਹਾਂ ਗਾਲ ਬਲੈਡਰ ਵਿੱਚੋਂ ਜੂਸ ਆ ਗਿਆ, ਜਾਂ ਪੈਂਕਰੀਆਸ ਸਾਡੀ ਬਾਡੀ ਦਾ ਇੰਪੋਰਟੈਂਟ ਪਾਰਟ ਹੈ, ਉਹਨਾਂ ਆਪਣਾ ਰੋਲ ਅਦਾ ਕਰਨਾ। ਫਿਰ ਅੱਗੇ ਜਾਂਦਿਆਂ ਤੁਹਾਡਾ ਇਹਦਾ ਛੋਟੀ ਇੰਟੈਸਟਾਈਨ,
ਜਿਹੜਾ ਕਿ 20 ਫੁੱਟ ਹੈ ਸਾਡੀ ਬਾਡੀ ਦੇ ਵਿੱਚ ਜਿਹੜਾ ਸਟਰਕਚਰ ਉਹ ਕਿਸ ਤਰੀਕੇ ਨਾਲ ਕੁਦਰਤ ਨੇ ਫਿੱਟ ਕੀਤਾ। ਜੇ ਕੋਈ ਵੀ ਬੰਦਾ ਨੈਚੁਰਲੀ, ਤੁਸੀਂ ਆਰਟੀਫੀਸ਼ੀਅਲੀ ਤਾਂ ਫਿੱਟ ਨਹੀਂ ਕਰ ਸਕਦੇ। ਇੱਕ ਛੋਟੀ ਜਿਹੀ ਸੱਟ ਲੱਗ ਜੇ ਉਹ ਤੁਸੀਂ ਉਹ ਜਿਹੜਾ ਨਾ ਉਹ ਨਿਸ਼ਾਨ ਲੱਗ ਜੇ ਉਹ ਨਹੀਂ ਠੀਕ ਹੁੰਦਾ। ਸੋ ਕੁਦਰਤ ਨੇ ਬਾਡੀ ਅੰਦਰ ਇੰਟੈਸਟਾਈਨ 20 ਫੁੱਟ ਪੈਦਾ ਅੰਦਰ ਬਣਾਈ ਹੈ। ਉਹ ਜਿਹੜੀ ਇੰਟੈਸਟਾਈਨ ਹੈ ਉਹਦੇ ਵਿੱਚੋਂ ਡਿਫਰੈਂਟ ਤਰ੍ਹਾਂ ਦੇ ਤਰੀਕੇ ਦੇ ਨਾਲ ਉਹਦਾ ਮੈਕੈਨਿਜ਼ਮ ਚੱਲਦਾ। ਬਾਡੀ ਦੇ ਉਹ ਜਿਹੜੇ ਨਾ ਉਹਨੂੰ ਔਰ ਡਿਫਰੈਂਟ ਬਿਲੀਅਨਸ ਆਫ ਜਿਹੜੇ ਬੈਕਟੀਰੀਆ ਨੇ ਜੀ, ਉਹ ਜਿਹੜੇ ਬੈਕਟੀਰੀਆ ਨੇ ਉਹਦੇ ਬਾਰੇ ਤਾਂ ਕਿਸੇ ਨੂੰ ਖਿਆਲ ਹੀ ਨਹੀਂ ਹੈਗਾ, ਪਤਾ ਨਹੀਂ ਵੀ ਅਸੀਂ ਉਹ ਸਾਡੀ ਬਾਡੀ ਵਾਸਤੇ ਚੰਗੇ ਬੈਕਟੀਰੀਆ ਕਿੰਨੇ ਇੰਪੋਰਟੈਂਟ ਨੇ। ਉਹ ਸਾਡਾ ਜਿਹੜਾ ਫੂਡ ਖਾਂਦੇ ਆ ਉਹਨੂੰ ਐਨਰਜੀ 'ਚ ਕਨਵਰਟ ਕਰਦੇ ਨੇ, ਅਬਜ਼ੌਰਪਸ਼ਨ ਕਰਦੇ ਨੇ, ਉਹਨਾਂ ਦਾ ਇੱਕ ਬੜਾ ਇੰਪੋਰਟੈਂਟ ਰੋਲ ਹੈ। ਉਸ ਤੋਂ ਬਾਅਦ ਜਿਹੜੀ ਅਗਲਾ ਪਾਰਟ ਆ ਜਾਂਦਾ ਵੀ ਕੋਲਨ ਦਾ, ਜਿਹੜਾ ਕੋਈ 6 ਫੁੱਟ ਹੈ, ਜਿੱਥੇ ਜਾ ਕੇ ਬਾਡੀ ਦੀ ਹੋਰ ਜਿਹੜੇ ਫੂਡ ਹੈ ਨਿਊਟ੍ਰੀਐਂਟ ਅਬਜ਼ੌਰਬ ਹੋਣ ਤੋਂ ਬਾਅਦ ਉਸ ਸੋਲਿਡ ਪਾਰਟ ਬਣਦਾ। ਫਿਰ ਉਸ ਤੋਂ ਬਾਅਦ ਆ ਜਾਂਦਾ ਰੈਕਟਮ ਦਾ ਤੇ ਜਿਹੜਾ ਅਖੀਰਲਾ ਪਾਰਟ। ਇਹ ਸਾਰੇ ਜਿਹੜਾ ਮੂੰਹ ਤੋਂ ਲੈ ਕੇ ਤੁਹਾਡੇ ਅਖੀਰਲੇ ਪਾਰਟ ਤੱਕ ਜਿਹੜਾ ਆਪਾਂ ਫੂਡ ਖਾਂਦੇ ਆ ਉਹ ਬਾਡੀ ਦੇ ਵਿੱਚ ਐਂਟਰ ਕਰਨਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਫੂਡ ਆਪਾਂ ਜਿਹੜਾ ਖਾਧਾ ਇਹਦਾ ਕਿਸ ਤਰੀਕੇ ਨਾਲ ਸਾਡੀ ਬਾਡੀ ਦੇ ਵਿੱਚ ਰੋਲ ਹੋਣਾ, ਕਿੱਥੇ ਜਾ ਕੇ ਇਹਨੇ ਅਬਜ਼ਰਵ ਹੋਣਾ, ਕਿੰਨੇ ਫੂਡ ਦੀ ਸਾਨੂੰ ਜ਼ਰੂਰਤ ਹੈ, ਕਿੰਨੀ ਸਾਡੀ ਉਮਰ ਕਿੰਨੀ ਹੋ ਗਈ ਹੈ, ਸਾਡੀ ਜਿਹੜੀ ਹੈ ਇਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਇਹਨੂੰ ਆਪਾਂ ਕਿਹੜੀ ਸਪੀਡ ਤੇ ਚਲਾ ਰਹੇ ਹਾਂ। ਉਹੀ 15-20 ਸਾਲ ਵਾਲੀ, 24 ਸਾਲ ਵਾਲੀ, 30 ਸਾਲ ਵਾਲੀ ਕਿ 70 ਸਾਲ ਵਾਲੀ ਮਸ਼ੀਨ ਹੈ, ਉਹਨੂੰ ਸਲੋ ਕਰਨਾ ਪੈਣਾ। ਸੋ ਜਿਹੜੀ ਸਾਰੀ ਇੰਟੈਸਟਾਈਨ ਹੈ, ਮੈਂ ਤਾਂ ਸਾਰੀ ਗੱਲ ਦੱਸੀ ਹੈ ਕਿ ਇਹਦੇ ਵਾਸਤੇ ਇਹਦੀ ਰਿਪੇਅਰ ਕਰਨੀ ਬੜੀ ਜ਼ਰੂਰੀ ਹੈ। ਰਿਪੇਅਰ ਕਿਸ ਤਰ੍ਹਾਂ ਹੁੰਦੀ ਹੈ ਤੇ ਹੈ ਨਹੀਂ, ਮਸ਼ੀਨ ਤੇ ਅੰਦਰ ਖੜਨੀ ਨਹੀਂ ਕੋਈ, ਤੁਸੀਂ ਆਪਣੇ ਆਪ ਹੀ ਰਿਪੇਅਰ ਤੁਸੀਂ ਕਰ ਸਕਦੇ ਹੋ। ਇਹਦੇ ਬਾਰੇ ਅੰਡਰਸਟੈਂਡਿੰਗ ਕਰਕੇ ਸਮਝੋ ਵੀ ਜਿਹੜਾ ਅਸੀਂ ਫੂਡ ਖਾ ਰਹੇ ਹੋ, ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕਰੋ ਫੂਡ ਬਾਰੇ ਵੀ ਜਿਹੜਾ ਆਪਾਂ ਫੂਡ ਖਾਂਦੇ ਪਏ ਹਾਂ ਉਹਦਾ ਸਾਡੀ ਬਾਡੀ ਦੇ ਵਿੱਚ, ਜਿਸ ਤਰ੍ਹਾਂ ਫਰਾਈਡ ਫੂਡ ਹੈ ਫॉर ਐਗਜ਼ਾਮਪਲ, ਕੋਈ ਵੀ ਹੋ ਜਾਏ, ਉਹਨੂੰ ਚੰਗੀ ਤਰ੍ਹਾਂ ਤੁਸੀਂ ਉਹ ਜਦੋਂ ਖਾਂਦੇ ਆ ਉਹਦਾ ਐਕਚੁਅਲੀ ਖਾ ਕੇ ਰਹੇ ਉਹਨੇ ਤੁਹਾਡੀ ਬਾਡੀ ਵਿੱਚ ਜਾ ਕੇ ਉਹਨੇ ਕੋਈ ਨਿਊਟ੍ਰੀਐਂਟ ਤਾਂ ਨਹੀਂ ਦੇਣਾ। ਜਿਹੜੇ ਉਹਦੇ ਵਿੱਚ ਕਲਰਸ ਨੇ, ਜਿਹੜੀਆਂ ਚੀਜ਼ਾਂ ਮਿਕਸ ਨੇ, ਜਿਹੜਾ ਸਾਡਾ ਸਟਮਕ ਹੈ ਉਹਦੀ ਫਿਰ ਲਾਈਨਿੰਗ ਨੂੰ ਆਪਾਂ ਖਰਾਬ ਕਰਨੇ ਪਏ ਜਾਂ ਪਰ ਜਿਹੜੀਆਂ ਨੈਚੁਰਲ ਹਰਬਸ ਨੇ ਉਹ ਵੱਖਰੀ ਗੱਲ ਹੈ, ਉਹਦੇ ਨਾਲ ਮੈਂ ਗੱਲ ਨਹੀਂ ਕਰਦਾ ਪਿਆ। ਜਿਹੜੇ ਰੰਗ ਰੰਗ ਪਾ ਕੇ ਤੇ ਉਹਨੂੰ ਅਟਰੈਕਟਿਵਨੈਸ ਉਹਦੀ ਕ੍ਰੀਏਟ ਕਰਨ ਦੀ ਟਰਾਈ ਕੀਤੀ ਜਾਂਦੀ ਹੈ, ਉਹ ਨੁਕਸਾਨ ਕਰਦਾ। ਫਿਰ ਜਿਹੜਾ ਫੂਡ ਜਦੋਂ ਸਟਮਕ ਵਿੱਚ ਚਲਾ ਗਿਆ, ਉਹਦੀ ਜਿਹੜੀ ਉਹਦਾ ਜਿਹੜਾ ਕੰਬੀਨੇਸ਼ਨ ਹੈ ਉਹ ਤੁਹਾਨੂੰ ਵਾਚ ਕਰਨਾ ਪੈਣਾ। ਇਹ ਨਹੀਂ ਹੈਗਾ ਵੀ ਤੁਸੀਂ 2 ਘੰਟੇ ਦਾ ਫੂਡ 2 ਘੰਟੇ ਤੁਹਾਡੀ ਸਟਮਕ ਵਿੱਚ ਰਹਿਣਾ, ਫਿਰ ਤੁਸੀਂ 15 ਮਿੰਟਾਂ ਬਾਅਦ ਫਿਰ ਖਾ ਲਿਆ ਜੀ, ਮੈਨੂੰ ਭੁੱਖ ਲੱਗ ਗਈ ਹੈ ਜੀ, ਫਿਰ ਖਾ ਲਿਆ, ਖਾਂਦੇ ਰਹੋ ਤੇ ਉਹਨੇ ਚੀਜ਼ ਨੇ ਉਹਨੇ ਭਰ ਜਾਣਾ। ਛੋਟਾ ਸਾਈਜ਼ ਹੁੰਦਾ ਜਿਹੜਾ ਸਟਮਕ ਦਾ, ਜਿਹੜਾ ਸਾਈਜ਼ ਹੈ ਇੰਨਾ ਫੈਲ ਜਾਂਦਾ, ਤੁਸੀਂ ਸਮਝ ਲਓ ਵੀ ਜਿੰਨਾ ਮਰਜ਼ੀ ਉਹਨੂੰ ਵੱਡਾ ਕਰ ਲਓ। ਇਸੇ ਕਰਕੇ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ, ਉਹਨਾਂ ਦੀ ਭੁੱਖ ਨਹੀਂ ਬੰਦ ਹੁੰਦੀ, ਬਿਕਾਜ਼ ਉਹਨਾਂ ਦਾ ਅੰਦਰ ਦਾ ਸਿਆਪਾ ਹੀ ਨਹੀਂ ਖਤਮ ਹੋ ਰਿਹਾ। ਉਹਨਾਂ ਨੂੰ ਹੁੰਦਾ ਵੀ ਮੈਂ ਹੋਰ ਖਾਵਾਂ, ਕਿਉਂਕਿ ਉਹ ਗੱਲ ਬਣਦੀ ਨਹੀਂ। ਸੋ ਇਹ ਤੁਹਾਨੂੰ ਇਹ ਕੰਟਰੋਲ ਕਰਨਾ ਪੈਣਾ। ਟੇਸਟ ਦੀ ਮੈਂ ਤਾਂ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਆਪ ਹੀ ਨੋਟ ਕਰਿਓ ਵੀ ਤੁਸੀਂ ਜਿਹੜੇ ਡਾਇਬੈਟਿਕ ਨੇ ਜਾਂ ਜਿਨ੍ਹਾਂ ਨੂੰ ਸ਼ੂਗਰ ਖਾਣ ਦਾ ਸ਼ੌਕ ਹੈ, ਜਿਸ ਤਰ੍ਹਾਂ ਮੇਰੀ ਵੀ ਪਹਿਲਾਂ ਬੜੀ ਵੱਡੀ ਪ੍ਰੋਬਲਮ ਸੀ ਕਿ ਸ਼ੂਗਰ ਤੁਸੀਂ ਲਾਤਾ ਇੱਕ ਵਾਰੀ, ਤੁਹਾਡਾ ਦਿਲ ਕਰਨਾ ਵੀ ਤੁਸੀਂ ਖਾਈ ਜਾਓ, ਉਹ ਫਿਰ ਉਹ ਤੁਹਾਨੂੰ ਬੰਦ ਕਰਨਾ ਪੈਣਾ। ਇੱਕ ਤੁਹਾਡੇ ਮਨ ਨੂੰ ਪੱਕਾ ਕਰਨਾ ਪੈਣਾ। ਸੋ ਫੂਡ ਜਿਹੜਾ ਨਾ ਇਹਦਾ ਜਿਸ ਹਿਸਾਬ ਨਾਲ ਕੁਆਂਟੀਟੀ, ਕੁਆਲਿਟੀ ਤੇ ਜਿਹੜਾ ਇਹਦਾ ਕਿਹੋ ਜਿਹਾ ਫੂਡ ਖਾਣਾ, ਉਹ ਬੜਾ ਇੰਪੋਰਟੈਂਟ ਹੈ ਕਿ ਤੁਹਾਡੀ ਸਿਹਤ ਵਾਸਤੇ। ਕਿਉਂਕਿ ਆ ਜਿਹੜਾ ਜਾ ਕੇ ਸਪੈਸ਼ਲ ਜਿਹੜੀਆਂ ਤੁਸੀਂ ਇੰਸਟਰਕਸ਼ਨਸ ਲੈਂਦੇ ਹੋ, ਪ੍ਰੋਗਰਾਮ ਅਟੈਂਡ ਕਰਦੇ ਹੋ, ਫੂਡ ਆਰਡਰ ਕਰਦੇ ਪਿਓ, ਇਹਨਾਂ ਤੋਂ ਬਚੋ। ਇੱਕ ਤਾਂ ਆ ਵੀ ਤੁਹਾਡੇ ਪੈਸੇ ਲੈ ਰਹੇ ਨੇ, ਦੂਜਾ ਤੁਹਾਨੂੰ ਕੀ ਪਤਾ ਵੀ ਤੁਸੀਂ ਉੱਚ ਸਮਾਨ ਕੀ ਪਾਇਆ। ਇਹ ਤਾਂ ਨਹੀਂ ਪਤਾ ਵੀ ਤੁਹਾਨੂੰ ਪੇਪਰ 'ਤੇ ਲਿਖ ਕੇ ਦੇ ਦਿੱਤਾ ਵੀ ਇਹਨੇ ਇਨਗਰੀਡੀਐਂਟ ਨੇ, ਤੁਹਾਨੂੰ ਕੀ ਪਤਾ ਕਿੱਥੋਂ ਬਣਿਆ ਸੀ, ਕਿੱਥੋਂ ਚੱਲਿਆ ਸੀ, ਕਿੰਨੇ ਮਹੀਨੇ ਸਟੋਰੇਜ ਪਿਆ ਰਿਹਾ, ਕਦੋਂ ਤੁਹਾਡੇ ਘਰ ਤੱਕ ਪਹੁੰਚਿਆ, ਕਿੰਨੇ ਤੁਹਾਨੂੰ ਡਿਲੀਵਰੀ ਕੀਤੀ ਹੈ, ਉਹ ਤੁਹਾਨੂੰ ਤਾਂ ਕੋਈ ਪਤਾ ਨਹੀਂ। ਤੁਸੀਂ ਤਾਂ ਕਹਿਣਾ ਵੀ ਬਸ ਵੀ ਮੈਨੂੰ ਫੂਡ ਆ ਜਾਂਦਾ ਅੱਜ ਕੱਲ੍ਹ ਜੀ, ਫਲਾਣੀ ਕੰਪਨੀ ਵਾਲੇ ਭੇਜ ਦਿੰਦੇ, ਇਹ ਕਰਦੇ ਉਹ ਕਰਦੇ। ਇਹ ਸਾਰੀਆਂ ਗੱਲਾਂ ਮੈਂ ਤਾਂ ਕਰਨਾ ਪਿਆ, ਦਿਸ ਇਜ਼ ਅ ਪਾਰਟ ਆਫ ਦੀ ਕਨਵਰਸੇਸ਼ਨ। ਇਹ ਰੋਜ਼ ਸਾਡੀ ਕਮਿਊਨਿਟੀ ਦੇ ਵਿੱਚ ਜਿੱਥੇ ਵੀ ਆਪਾਂ ਸਾਰੇ ਜਾਂਦੇ ਹਾਂ ਕਨਵਰਸੇਸ਼ਨ ਹੁੰਦੀ ਹੈ। ਕਈ ਪਰਦੇ ਪਿੱਛੇ ਕਰਦੇ ਨੇ, ਕਈ ਸਿੱਧੀ ਗੱਲ ਕਰਦੇ। ਬਿਲਕੁਲ, ਕਿਉਂਕਿ ਡਾਕਟਰ ਸਾਹਿਬ ਕਈ ਲੋਕ ਇਦਾਂ ਆ ਕਹਿੰਦੇ ਖਾਂਦੇ ਵੀ ਵਧੀਆ, ਅਸੀਂ ਕੋਈ ਬਾਹਰੋਂ ਨਹੀਂ ਖਾਂਦੇਗੇ, ਪਰ ਫਿਰ ਵੀ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ, ਸਾਡੀ ਹੈਲਥ ਨਹੀਂ ਠੀਕ ਰਹਿੰਦੀ, ਸਾਡੀ ਗਟ ਹੈਲਥ ਠੀਕ ਨਹੀਂ ਰਹਿੰਦੀ। ਕਿਉਂ ਨਹੀਂ ਰਹਿੰਦੀ? ਕਿਉਂਕਿ ਹੋ ਸਕਦਾ ਤੁਸੀਂ ਕੈਂਡ ਫੂਡ ਖਾਂਦੇ ਹੋਵੋ, ਹੋ ਸਕਦਾ ਤੁਸੀਂ ਫਰੀਜ਼ਰ 'ਚ ਪਿਆ ਫੂਡ ਖਾਂਦੇ ਹੋਵੋ, ਹੋ ਸਕਦਾ ਤੁਸੀਂ ਫੂਡ ਜਿਹੜਾ ਜਿਹਦੇ 'ਤੇ ਜ਼ਿਆਦਾ ਬੈਕਟੀਰੀਆ ਹੋਵੇ ਜਾਂ ਜਿਹਦੇ ਉੱਤੇ ਜ਼ਿਆਦਾ ਕਹਿ ਸਕਦੇ ਹਾਂ ਕਿ ਕੈਮੀਕਲ ਸਪਰੇਅ ਕੀਤੇ ਹੋਣ ਉਹ ਖਾਂਦੇ ਹੋਵੋ, ਜਾਂ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਖਾਂਦੇ ਹੋਵੋ। ਹੋ ਸਕਦਾ ਕਿ ਤੁਸੀਂ ਆਰਗੈਨਿਕ ਵੱਲ ਘੱਟ ਧਿਆਨ ਦਿੰਦੇ ਹੋਵੋ। ਬਹੁਤ ਸਾਰੀਆਂ ਚੀਜ਼ਾਂ ਨੇ, ਤੁਹਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਕੀ ਖਾ ਰਹੇ ਹਾਂ,
ਕਿੰਨੇ ਟਾਈਮ ਬਾਅਦ ਖਾ ਰਹੇ ਹਾਂ ਤੇ ਕਿਸ ਤਰ੍ਹਾਂ ਦਾ ਫੂਡ, ਕਿਉਂਕਿ ਸਾਡੀ ਕਮਿਊਨਿਟੀ ਜਦੋਂ ਗੱਲ ਆਉਂਦੀ ਹੈ, ਸਾਡਾ ਫੂਡ ਸਾਰਿਆਂ ਨੂੰ ਪਤਾ ਹੈ ਕਿ ਸਵੇਰੇ ਕਈ ਪਰੌਂਠੇ ਖਾਂਦੇ ਨੇ, ਉਹ ਵੀ ਬਟਰ ਤੋਂ ਬਿਨਾਂ ਨਹੀਂ ਸਵਾਦ ਲੱਗਦੇ, ਫਿਰ ਅਸੀਂ ਤੜਕੇ ਲਾਉਂਦੇ ਹਾਂ, ਤੜਕਿਆਂ ਦੇ ਵਿੱਚ ਚਲੋ ਸਾਡਾ ਟ੍ਰੈਡੀਸ਼ਨਲ ਫੂਡ ਆ, ਖਾਣਾ ਚਾਹੀਦਾ, ਪਰ ਉਹਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਆਪਣੀ ਹੈਲਥ ਦੇ ਅਕੋਰਡਿੰਗ ਜਿਹੜਾ ਬਣਾ ਸਕਦੇ ਹਾਂ, ਇਹ ਵੱਡੀ ਗੱਲ ਹੈ। ਦੇਖੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਇਹ ਮੈਂ ਸਮਝਦਾ ਵੀ ਸਾਰਿਆਂ ਦੇ ਦਿਮਾਗ ਦੇ ਵਿੱਚ ਹੈ ਨੇ, ਪਰ ਇਹਨੂੰ ਪ੍ਰੈਕਟੀਕਲ ਤਰੀਕਾ ਦੇਣਾ ਬੜਾ ਮੁਸ਼ਕਿਲ ਹੈ। ਹੁਣ ਦੱਸੋ ਵੀ ਕਿੰਨਿਆਂ ਕੁ ਲੋਕਾਂ ਨੂੰ ਪਤਾ ਵੀ ਜਿਹੜਾ ਮੀਟ ਹੈ ਉਹਨੂੰ ਕਿੰਨੀ ਦੇਰ ਤੱਕ ਤੁਸੀਂ ਐਕਸਪੋਜ਼ ਕਰਨਾ, ਕਿੰਨੀ ਦੇਰ ਤੱਕ ਫ੍ਰਿਜ 'ਚ ਰੱਖਣਾ, ਤੁਸੀਂ ਲਿਆ ਕੇ ਉਹਨੂੰ ਕਦੋਂ ਯੂਜ਼ ਕਰਨਾ, ਤੇ ਉਸ ਤੋਂ ਬਾਅਦ ਜੇ ਉਹਦੀ ਸਮੈਲ ਆ ਰਹੀ ਹੈ ਤੇ ਕਿਉਂ ਆ ਰਹੀ ਹੈ, ਸਮੈਲ ਕਿਉਂ ਆ ਰਹੀ ਹੈ, ਜਿਹੜਾ ਫੂਡ ਕਿਸੇ ਵੱਡੇ ਫ੍ਰੀਜ਼ਰ 'ਚ ਸਟੋਰ ਕੀਤਾ ਤੇ ਪਾਰਟੀਜ਼ ਦੇ ਵਿੱਚ ਸਰਵ ਹੋ ਰਿਹਾ, ਉਹ ਕਿੱਥੋਂ ਫੂਡ ਆ ਰਿਹਾ, ਉਹ ਜਿਹੜਾ ਤੁਹਾਡੀ ਫਿਸ਼ ਆ ਰਹੀ ਉਹ ਸਮੈਲ ਕਿਉਂ ਆ ਰਹੀ, ਉਹ ਕਿੱਥੋਂ ਪਿਕਅਪ ਹੋਈ, ਉਹਦੇ ਵਿੱਚੋਂ ਕੀ ਕੰਟੈਂਟ ਨੇ, ਜਦੋਂ ਇੱਥੇ ਤੇ ਮਿਲਦੀ ਨਹੀਂ ਫਿਸ਼, ਸੋ ਕਿੱਥੋਂ ਆ ਰਹੀ ਸਾਰੀ, ਉਹਨੂੰ ਤੁਸੀਂ ਕਈ ਗੱਲਾਂ ਨੇ। ਕਿਉਂਕਿ ਇੱਕ ਤਾਂ ਹੁੰਦਾ ਵੀ ਤੁਸੀਂ ਇੱਕ ਟਾਈਮ ਸੀ ਵੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ ਕਿ ਫੂਡ ਦੀ ਸ਼ਾਰਟੇਜ ਸੀ, ਹੁਣ ਪ੍ਰੋਬਲਮ ਆਉਂਦੀ ਹੈ ਵੀ ਫੂਡ ਦੀ ਐਕਸੈਸ ਹੋ ਗਈ। ਪਰ ਇਹ ਸਾਰੀਆਂ ਗੱਲਾਂ ਨੂੰ, ਕਿਉਂਕਿ ਆਪਾਂ ਇਹਨੂੰ ਮੈਨੇਜ ਕਰਨ ਵਾਸਤੇ ਜਿਹੜਾ ਸਾਡੇ ਕੋਲ ਸਿਸਟਮ ਹੈਗਾ, ਜਿਹੜਾ ਕੁਦਰਤ ਨੇ ਸਿਸਟਮ ਬਣਾਇਆ ਮੂੰਹ ਤੋਂ ਲੈ ਕੇ ਅਖੀਰਲੇ ਪਾਰਟ ਤੱਕ, ਉਹਦਾ ਜਿਹੜਾ ਸਿਸਟਮ ਦੇ ਵਿੱਚ ਫੂਡ, ਪ੍ਰੋਪਰ ਫੂਡ ਉਹਦੇ ਵਿੱਚ ਖੜਨਾ ਬੜੀ ਇੰਪੋਰਟੈਂਟ, ਮੈਂ ਸਮਝਦਾ ਕਿ ਸਾਰਿਆਂ ਵਾਸਤੇ ਕਰੂਸ਼ੀਅਲ ਪਾਰਟ ਹੈ। ਇਸ ਤੋਂ ਪਹਿਲਾਂ ਵੀ ਤੁਹਾਡਾ ਪੇਟ ਵੱਜੇ, ਸਾਈਜ਼ ਵੱਜੇ, ਤੁਹਾਡਾ ਸ਼ੂਗਰ ਵੱਜ, ਕਈ ਗੱਲਾਂ ਮੈਂ ਅਗਲੇ ਹਫਤੇ ਕਰੂੰਗਾ, ਪਰ ਅੱਜ ਮੈਂ ਇੰਨੀ ਗੱਲ ਕਰਨੀ ਹੈ ਵੀ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸੋਚਣਾ ਸ਼ੁਰੂ ਕਰੋ ਵੀ ਜਿਹੜੀ ਤੁਹਾਡੀ ਬਾਡੀ ਹੈ ਇਹਦਾ ਹਰ ਇੱਕ ਦਾ ਹਿੱਸਾ। ਤੁਸੀਂ ਮੈਨੂੰ ਦੱਸੋ ਵੀ ਕੋਈ ਇਹੋ ਜਿਹਾ ਕੰਮ ਹੈਗਾ ਵੀ ਤੁਹਾਨੂੰ ਕੋਈ ਆਰਟੀਫਿਸ਼ੀਅਲ ਤਾਂ ਨਹੀਂ ਕ੍ਰੀਏਟ ਕਰ ਸਕਦਾ, ਤੁਹਾਡੀ ਇੰਟੈਸਟਾਈਨ ਕੋਈ 20 ਫੁੱਟ ਦੀ ਨਹੀਂ ਕਿਸੇ ਨੇ ਬਣਾ ਸਕਣੀ, ਕੋਈ ਤੁਹਾਨੂੰ ਕਹੇ ਵੀ ਮੈਂ ਥੋੜ੍ਹੀ ਜਿਹੀ ਕਿਸੇ ਨੂੰ ਸੱਟ ਲੱਗ ਜੇ, ਅਬਸਟਰਕਸ਼ਨ ਹੋ ਜੇ, ਇਨਫੈਕਸ਼ਨ ਹੋ ਜੇ, ਕੈਂਸਰ ਹੋ ਜੇ, ਕਿੰਨੀਆਂ ਗੱਲਾਂ ਜਦੋਂ ਵਿੱਚ ਆਪਰੇਸ਼ਨ ਕਰਦੇ ਨੇ ਕਿੰਨੀ ਮੁਸ਼ਕਿਲ ਆਉਂਦੀ ਉਸ ਤੋਂ ਬਾਅਦ ਤੁਹਾਡੀ ਅਬਜ਼ਾਰਪਸ਼ਨ ਦੀ ਫੂਡ ਦੀ। ਸੋ ਜਿਹੜਾ ਰੋਲ ਨੈਚੁਰਲ ਹੈ ਉਸ ਰੋਲ ਨੂੰ ਚੰਗੀ ਤਰ੍ਹਾਂ ਰੱਖਣ ਵਾਸਤੇ ਤੁਹਾਨੂੰ ਜਿਹੜੇ ਚੰਗੇ ਬੈਕਟੀਰੀਆ ਨੇ ਬਾਡੀ ਦੇ ਇੰਟੈਸਟਾਈਨ ਦੇ ਉਹਨਾਂ ਦੀ ਜ਼ਰੂਰਤ ਹੈ, ਜਿਹੜੇ ਪ੍ਰੋਬਾਇਓਟਿਕਸ ਨੇ ਉਹਨਾਂ ਦੀ ਜ਼ਰੂਰਤ ਹੈ, ਜਿਹੜੇ ਫਰਮੈਂਟਡ ਫੂਡ ਨੇ ਅਗਲੇ ਹਫਤੇ ਉਹਦੀ ਗੱਲ ਕਰਾਂਗਾ ਉਹਨਾਂ ਦੀ ਤੁਹਾਨੂੰ ਜ਼ਰੂਰਤ ਹੈ। ਇਸ ਤੋਂ ਇਲਾਵਾ ਜਿਹੜਾ ਨੈਚੁਰਲ ਜਿਹੜੀਆਂ ਆਪਣੀਆਂ ਹਰਬਸ ਹਨ, ਆਪਣੀਆਂ ਦਹੀਂ ਲੋਕ ਖਾਂਦੇ ਸੀ, ਉਹਦਾ ਕੋਈ ਮਕਸਦ ਸੀ, ਉਹ ਫਿਰ ਬਾਅਦ ਦੇ ਵਿੱਚ ਉਹ ਫੈਸ਼ਨ ਬਣ ਗਿਆ, ਫਿਰ ਕਈ ਤਰ੍ਹਾਂ ਦੀਆਂ ਗੱਲਾਂ ਨੇ ਉਹਦੇ ਵਿੱਚ, ਕਈ ਤਰ੍ਹਾਂ ਦਾ ਮਿਕਸ ਕਰ ਲੈਂਦੇ ਨੇ, ਉਹ ਗੱਲ ਨਹੀਂ ਬਣਦੀ। ਪਰ ਜਿਹੜਾ ਇਹਨੂੰ ਮੇਨਟੇਨ ਕਰਨ ਵਾਸਤੇ ਆਪਣੀ ਬਾਡੀ ਨੂੰ, ਜਿਹੜਾ ਕਿ ਕੁਦਰਤ ਨੇ ਸਾਨੂੰ ਇੱਕ ਬੜੀ ਚੰਗੀ ਚੀਜ਼ ਦਿੱਤੀ ਹੈ, ਉਹਨੂੰ ਮੈਨੇਜ ਕਰਨ ਵਾਸਤੇ ਤੁਹਾਨੂੰ ਹਰ ਬਾਡੀ ਦਾ ਅੰਗ ਜਿਹੜਾ ਨਾ ਮੈਨੇਜ ਕਰਨਾ ਪੈਣਾ। ਪਰ ਜਿਹੜਾ ਮੇਨ ਜਿਹੜੀ ਗੱਲ ਹੈ ਫੂਡ ਦੇ ਵਿੱਚ ਜਿਹੜੇ ਨਿਊਟ੍ਰੀਐਂਟਸ ਨੇ ਉਹਨਾਂ ਨੂੰ ਜੋ ਵੀ ਅਸੀਂ ਖਾਣੇ ਪਏ ਹਾਂ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ ਉਹ ਤੁਹਾਡੇ ਹੱਥ ਦੇ ਵਿੱਚ ਹੈ ਕਿ ਇੰਟੈਸਟਾਈਨ ਨੂੰ ਕਿਸ ਤਰ੍ਹਾਂ ਰੱਖਣਾ ਸਾਫ਼। ਗਟ ਹੈਲਥ ਬਾਰੇ ਹੋਰ ਵੀ ਗੱਲ ਕਰਾਂਗੇ, ਕੋਲਨ ਕਲੈਂਜ਼ਿੰਗ ਬਾਰੇ ਮੈਂ ਗੱਲ ਕਰਾਂਗਾ, ਕਲੀਨਿਕਸ ਨੇ ਉਸ ਕੰਮ ਬਾਰੇ, ਵਾਈਟਾਮਿਨਸ ਲੋਕੀ ਕਿਉਂ ਜਾ ਕੇ ਡ੍ਰਿਪਸ ਲਵਾ ਰਹੇ ਨੇ, ਵਾਈਟਾਮਿਨਸ ਲਵਾਉਂਦੇ ਨੇ, ਉਹਦਾ ਕੀ ਰੋਲ ਹੈ, ਪ੍ਰੋਬਾਇਓਟਿਕ ਦਾ ਕੀ ਰੋਲ ਹੈ, ਉਹ ਤੁਸੀਂ ਕਿਸ ਟਾਈਮ ਤੇ ਖਾਣੀ ਆ, ਕਿਉਂ ਖਾਣੀ ਆ, ਕਿੱਥੋਂ ਆਪਾਂ ਪੈਸੇ ਖਰਚਣੇ ਪਏ ਆ। ਸੋ ਇਹ ਜਿਹੜੀਆਂ ਅੱਜ ਦਾ ਪ੍ਰੋਗਰਾਮ ਮੈਂ ਤਾਂ ਇਹਦੇ ਬਾਰੇ ਥੋੜ੍ਹੀ ਜਿਹੀ ਕਨਵਰਸੇਸ਼ਨ ਸ਼ੁਰੂ ਕੀਤੀ ਹੈ ਕਿਉਂਕਿ ਆ ਟਾਈਮ ਜਿਹੜਾ ਨਾ ਮੇਰੀ ਏਜ ਦੇ ਲੋਕਾਂ ਵਾਸਤੇ ਬੜਾ ਕਰੂਸ਼ੀਅਲ ਹੈ, ਅਤੇ ਜਿਹੜੇ ਮੇਰੇ ਤੋਂ ਛੋਟੀ ਉਮਰ ਦੇ ਉਹਨਾਂ ਲਈ ਤੇ ਜੇ ਹੁਣ ਨਾ ਫਾਲੋ ਕਰਨਗੇ ਤਾਂ ਬਿਮਾਰ ਹੋਈ ਬੈਠੇ ਸਾਰੇ, ਸਾਹ ਚੜ੍ਹ ਜਾਂਦਾ, ਮਾੜੀ ਜਿਹੀ ਪੌੜੀਆਂ ਚੜ੍ਹਨਾ ਹਾ ਕਰੀ ਜਾਂਦੇ ਨੇ, ਕਿਸੇ ਦੇ ਚੈਸਟ ਪੇਨ ਹੋ ਰਹੀ ਹੈ, ਕਿਸੇ ਨੂੰ ਆਹ ਹੋ ਰਿਹਾ, ਕਿਸੇ ਨੂੰ ਮੈਨੂੰ ਰੀਫਲਕਸ ਹੋ ਗਿਆ ਜੀ, ਮੈਨੂੰ ਜੀ ਕਈ ਵਾਰੀ ਪਾਰਟੀ ਵਿੱਚ ਜਾਓ ਤੇ ਇਸ ਤਰ੍ਹਾਂ ਡਕਾਰ ਲੈਣਗੇ, ਬੰਦਾ ਅੱਗੇ ਬੈਠਾ ਹੈਰਾਨ ਹੋ ਜਾਂਦਾ ਵੀ ਭਾਈ ਸਾਹਿਬ ਕੋਈ ਫੂਡ ਦਾ ਪ੍ਰੋਪਰ ਟਾਈਮ ਤੇ ਖਾ ਕੇ ਹੋਣਾ ਸੀ। ਸਹੀ ਗੱਲ ਹੈ ਕਿ ਸਾਨੂੰ ਜਿਹੜਾ ਹੈ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਬਿਮਾਰੀਆਂ ਕਈ ਵਾਰ ਸੁਣੀਆਂ ਵੀ ਨਹੀਂ ਹੁੰਦੀਆਂ ਕਿ ਇਹ ਵਾਲੀਆਂ ਬਿਮਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ। ਸੱਚਮੁੱਚ ਅੱਜ ਵਧੀਆ ਟੌਪਿਕ ਤੇ ਗੱਲ ਹੋ ਰਹੀ ਹੈ। ਅਗਲੇ ਹਫਤੇ ਜ਼ਰੂਰ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ, ਕੀ ਹੋ ਸਕਦਾ। ਸੋ ਅਗਲੇ ਹਫਤੇ ਮੁਲਾਕਾਤ ਹੋਵੇਗੀ। ਅੱਜ ਦੀ ਇਨਫੋਰਮੇਸ਼ਨ ਦੇ ਲਈ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ। ਸੋ ਡਾਕਟਰ ਚੀਮਾ ਨੇ ਬੜਾ ਵਧੀਆ ਦੱਸਿਆ ਕਿ ਸਾਨੂੰ ਜਿਹੜਾ ਆ ਕਿਸ ਤਰ੍ਹਾਂ ਦੇ ਨਾਲ ਆਪਣੀ ਗਟ ਹੈਲਥ ਦੇ ਵੱਲ ਧਿਆਨ ਦੇਣਾ ਚਾਹੀਦਾ, ਕਿਸ ਤਰ੍ਹਾਂ ਦੇ ਨਾਲ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਸਰੀਰ ਦੇ ਵਿੱਚ ਆਖਿਰ ਹੋ ਕੀ ਰਿਹਾ, ਕੀ ਜਾ ਰਿਹਾ, ਸਾਨੂੰ ਬਿਮਾਰੀਆਂ ਲੱਗਦੀਆਂ ਹੀ ਕਿਉਂ ਆ, ਉਹ ਲੋਕ ਜਿਹੜੇ ਫਿੱਟ ਨੇ ਉਹ ਕੀ ਕਰਦੇ ਨੇ, ਕਿਸ ਤਰ੍ਹਾਂ ਦੇ ਨਾਲ ਫਿੱਟ ਰਹਿੰਦੇ ਨੇ। ਆਖਰੀ ਕਈ ਵਾਰੀ ਤਾਂ ਅਜਿਹੇ ਹੁੰਦੇ ਆ ਕਿ 90 ਸਾਲ ਤੋਂ ਉੱਤੇ ਲੋਕ ਇੰਨੇ ਤੰਦਰੁਸਤ ਹੁੰਦੇ ਆ, ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਹ 90 ਸਾਲ ਦੇ ਨੇ, ਤੇ ਅਸੀਂ ਕਈ ਵਾਰੀ ਸੋਚਣ ਲਈ ਮਜਬੂਰ ਹੁੰਦੇ ਆ ਕਿ ਅਸੀਂ 90 ਸਾਲ ਤੱਕ ਜਾਵਾਂਗੇ। ਬਾਕੀ ਤਾਂ ਰੱਬ ਦੀ ਮਰਜ਼ੀ ਹੈ, ਪਰ ਅਸੀਂ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਦੇ ਨਾਲ ਤੰਦਰੁਸਤ ਰੱਖ ਸਕਦੇ ਹਾਂ, ਗਟ ਹੈਲਥ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖਦੇ ਹਾਂ, ਇਸ ਬਾਰੇ ਅਗਲੇ ਐਪੀਸੋਡ ਦੇ ਵਿੱਚ ਵੀ ਗੱਲਬਾਤ ਕਰਾਂਗੇ। ਪਰ ਉਹਨਾਂ ਚਿਰ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।